ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਤੁਹਾਡਾ ਅੱਜ ਦਾ ਟੌਪਿਕ ਹੈ ਐਲਸ ਇਫ ਸਟੇਟਮੈਂਟ। ਐਲਸ ਇਫ ਸਟੇਟਮੈਂਟ ਇਜ਼ ਯੂਜ਼ਫੁਲ ਵੈਨ ਯੂ ਨੀਡ ਟੂ ਚੈੱਕ ਮਲਟੀਪਲ ਕੰਡੀਸ਼ਨਸ ਵਿਦਿਨ ਦਾ ਪ੍ਰੋਗਰਾਮ। ਐਲਸ ਇਫ ਨੂੰ ਉੱਥੇ ਯੂਜ਼ ਕੀਤਾ ਜਾਂਦਾ ਜਿੱਥੇ ਤੁਸੀਂ ਇੱਕ ਤੋਂ ਵੱਧ ਕੰਡੀਸ਼ਨਸ ਚੈੱਕ ਕਰਨਾ ਚਾਹੁੰਦੇ ਹੋਗੇ। ਜਿਵੇਂ ਤੁਸੀਂ ਚਾਹੁੰਦੇ ਹੋਗੇ ਏ ਦੀ ਵੈਲਿਊ ਨੂੰ ਸਪੋਜ਼ ਕੰਪੇਅਰ ਕਰਨਾ ਕਿ ਕੀ ਏ ਦੀ ਵੈਲਿਊ ਗ੍ਰੇਟਰ ਦੈਨ 90 ਹੈ ਜਾਂ ਏ ਦੀ ਵੈਲਿਊ ਗ੍ਰੇਟਰ ਦੈਨ 80 ਹੈ ਜਾਂ ਏ ਦੀ ਵੈਲਿਊ ਗ੍ਰੇਟਰ ਦੈਨ 70 ਹੈ। ਇੱਦਾਂ ਕਰਕੇ ਤੁਸੀਂ ਕਾਫੀ ਸਾਰੀਆਂ ਕੰਡੀਸ਼ਨ ਜੇਕਰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਯੂਜ਼ ਕਰੋਗੇ ਐਲਸ ਇਫ ਸਟੇਟਮੈਂਟ ਨੂੰ। ਯੂਜ਼ਿੰਗ ਨੈਸਟਡ ਇਫ ਐਲਸ ਸਟੇਟਮੈਂਟ ਫॉर ਮਲਟੀਪਲ ਕੰਡੀਸ਼ਨ ਇਜ਼ ਅ ਡਿਫੀਕਲਟ ਟਾਸਕ। ਨੈਸਟਡ ਇਫ ਐਲਸ ਨੂੰ ਯੂਜ਼ ਕਰਨਾ ਥੋੜ੍ਹਾ ਜਿਹਾ ਡਿਫੀਕਲਟ ਮੰਨਿਆ ਜਾਂਦਾ ਹੈਗਾ ਕਿਉਂਕਿ ਉਹਨੂੰ ਸਮਝਣਾ ਵੀ ਮੁਸ਼ਕਿਲ ਹੈ। ਇਸ ਲਈ ਇਸ ਤੋਂ ਈਜ਼ੀ ਮੈਥਡ ਹੈ ਕਿ ਤੁਸੀਂ ਐਲਸ ਇਫ ਨੂੰ ਯੂਜ਼ ਕਰੋ ਜਦੋਂ ਤੁਸੀਂ ਮਲਟੀਪਲ ਕੰਡੀਸ਼ਨਸ ਦੇਣਾ ਚਾਹੁੰਦੇ ਹੋ, ਅਤੇ ਇਸ ਨੂੰ ਐਲਸ ਇਫ ਲੇਟਰ ਵੀ ਬੋਲਿਆ ਜਾਂਦਾ ਗਾ। ਕੁਛ ਇੰਪੋਰਟੈਂਟ ਪੁਆਇੰਟਸ ਜਿਹੜੇ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ ਜਦੋਂ ਆਪਾਂ ਐਲਸ ਇਫ ਦਾ ਸਿੰਟੈਕਸ ਕਰਾਂਗੇ। ਤੁਹਾਡੇ ਇਸ ਦੇ ਵਿੱਚ 3 ਚੀਜ਼ਾਂ ਹੋ ਸਕਦੀਆਂ ਜਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤੁਹਾਡਾ ਇਫ, ਅਤੇ ਇਫ ਦੇ ਵਿੱਚ ਤੁਸੀਂ ਕੰਡੀਸ਼ਨ ਦਓਗੇ। ਇਫ ਤੋਂ ਬਾਅਦ ਜਿਹੜੀ ਵੀ ਤੁਹਾਡੀ ਸਟੇਟਮੈਂਟ ਐਗਜ਼ੀਕਿਊਟ ਕਰਨਾ ਚਾਹੁੰਦੇ ਹੋ, ਫਿਰ ਐਲਸ ਇਫ ਕਰਕੇ ਐਲਸ ਤੋਂ ਬਾਅਦ ਇਕੱਲੀ ਐਲਸ ਨਾਲ ਤਾਂ ਕੰਡੀਸ਼ਨ ਨਹੀਂ ਆਉਂਦੀ, ਤਾਂ ਤੁਸੀਂ ਐਲਸ ਤੋਂ ਬਾਅਦ ਦੁਬਾਰਾ ਤੋਂ ਇਫ ਲਗਾ ਕੇ ਲਿਖੋਗੇ ਕੰਡੀਸ਼ਨ, ਦੈਨ ਉਸ ਤੋਂ ਬਾਅਦ ਉਸ ਦੀ ਸਟੇਟਮੈਂਟ। ਇੱਦਾਂ ਕਰਕੇ ਐਲਸ ਇਫ ਦੇ ਤੁਸੀਂ ਜਿੰਨੀਆਂ ਮਰਜ਼ੀ ਐਲਸ ਇਫ ਲਗਾ ਸਕਦੇ ਹੋ, ਅਤੇ ਲਾਸਟ 'ਤੇ ਤੁਸੀਂ ਲਗਾ ਸਕਦੇ ਹੋ ਐਲਸ। ਤਾਂ ਇੱਥੇ ਨਾ 3 ਦਾ ਮੀਨਿੰਗ ਹੈ। ਜੇ ਅਗਰ ਪੰਜਾਬੀ 'ਚ ਬੋਲ ਗਏ ਕਿ ਜੇ ਆਹ ਚੀਜ਼ ਹੈ ਤਾਂ ਆਹ ਵਾਲੀ ਲਾਈਨ ਐਗਜ਼ੀਕਿਊਟ ਹੋ ਜੇ, ਨਹੀਂ ਜੇ ਆਹ ਹੈ ਤਾਂ ਆਹ ਵਾਲੀ ਲਾਈਨ ਐਗਜ਼ੀਕਿਊਟ ਹੋ ਜੇ, ਅਤੇ ਇਕੱਲੇ ਐਲਸ ਦਾ ਮਤਲਬ ਹੈ ਵੀ ਜੇ ਇਹਨਾਂ 'ਚੋਂ ਕੁਛ ਵੀ ਨਹੀਂ ਤਾਂ ਆਹ ਵਾਲਾ ਬਲੋਕ ਐਗਜ਼ੀਕਿਊਟ ਹੋਊਗਾ। ਹੁਣ ਇੱਥੇ ਤੁਹਾਡੀ ਇਫ ਦੇਣੀ ਜ਼ਰੂਰੀ ਹੈ। ਉਸ ਤੋਂ ਬਾਅਦ ਐਲਸ ਇਫ ਤੁਸੀਂ ਐਲਸ ਇਫ ਜਿਹੜੇ ਹੈਗੇ ਆ, ਐਲਸ ਇਫ ਵਾਲੇ ਜਿਹੜੇ ਪਾਰਟ ਆ, ਇੱਕ ਵੀ ਹੋ ਸਕਦਾ ਜਾਂ ਇੱਕ ਤੋਂ ਵੱਧ ਵੀ ਹੋ ਸਕਦੇ ਆ। ਅਤੇ ਬਿਲਕੁਲ ਲਾਸਟ ਤੁਹਾਡਾ ਇੱਕ ਹਿੱਸਾ ਹੋ ਸਕਦਾ ਜਿਹੜਾ ਕਿ ਐਲਸ ਹੈ, ਅਤੇ ਐਲਸ ਇੱਕ ਵਾਰ ਹੀ ਆਏਗਾ। ਐਲਸ ਦੇਣਾ ਨਾ ਦੇਣਾ ਆਪਸ਼ਨਲ ਹੈ, ਬਟ ਜੇਕਰ ਦੇ ਰਹੇ ਹੋ ਤਾਂ ਸਿਰਫ ਇੱਕ ਵਾਰ ਤੁਸੀਂ ਐਲਸ ਪਾਰਟ ਲਿਖੋਗੇ। ਤਾਂ ਹੁਣ ਅਸੀਂ ਇਹਦੇ ਪੁਆਇੰਟ ਕਵਰ ਕਰਦੇ ਹਾਂ ਕਿ ਇੱਕ ਇਫ ਦੇ ਵਿੱਚ ਤੁਹਾਡਾ ਇੱਕ ਐਲਸ ਹੋ ਸਕਦਾ ਜਾਂ ਨਾ ਵੀ ਹੋਵੇ ਤਾਂ ਵੀ ਸਹੀ ਹੈ, ਬਟ ਐਲਸ ਹਮੇਸ਼ਾ ਐਲਸ ਇਫ ਤੋਂ ਬਾਅਦ ਦੇ ਵਿੱਚ ਹੀ ਆਉਂਦਾ ਗਾ। ਐਂਡ ਇਫ ਕੈਨ ਹੈਵ 0 ਟੂ ਮੈਨੀ ਐਲਸ ਇਫ। ਇਫ ਦੇ ਤੋਂ ਬਾਅਦ ਬਹੁਤ ਸਾਰੇ ਤੁਸੀਂ ਐਲਸ ਇਫ ਲਗਾ ਵੀ ਸਕਦੇ ਹੋ ਜਾਂ ਨਾ ਵੀ ਲਗਾਓ, ਇੱਕ ਤੋਂ ਵੱਧ ਵੀ ਹੋ ਸਕਦੇ ਆ। ਐਲਸ ਇੱਕ ਹੀ ਹੁੰਦਾ ਸੀ, ਐਲਸ ਇਫ ਇੱਕ ਤੋਂ ਵੱਧ ਹੋ ਸਕਦੇ ਹੈਗੇ, ਬਟ ਸਾਰੇ ਐਲਸ ਇਫ ਤੋਂ ਬਾਅਦ ਅਤੇ ਐਲਸ ਤੋਂ ਪਹਿਲਾਂ ਆਉਂਦੇ ਨੇ। ਯਾਨੀ ਕਿ ਇਫ ਵਾਲੇ ਪਾਰਟ ਤੋਂ ਬਾਅਦ ਦੇ ਵਿੱਚ ਅਤੇ ਐਲਸ ਵਾਲੇ ਪਾਰਟ ਤੋਂ ਪਹਿਲਾਂ ਤੁਸੀਂ ਜਿੰਨੇ ਚਾਹੋ ਕੰਡੀਸ਼ਨਸ ਐਲਸ ਇਫ ਕਰਕੇ ਲਗਾ ਸਕਦੇ ਹੋ। Once an else if succeeds, none of the remaining else if or else will be tested. ਜੇਕਰ ਤੁਹਾਡੀ ਸਪੋਜ਼ ਕਰੋ ਕਿ ਐਲਸ ਇਫ ਕਰਕੇ ਤੁਸੀਂ ਕਾਫੀ ਸਾਰੀਆਂ ਕੰਡੀਸ਼ਨਸ ਦਿੱਤੀਆਂ, ਜੇਕਰ ਇਹਨਾਂ ਵਿੱਚੋਂ ਕੋਈ ਕੰਡੀਸ਼ਨ ਟਰੂ ਹੋ ਗਈ ਤਾਂ ਉਸ ਤੋਂ ਨੀਚੇ ਵਾਲੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਚੈੱਕ ਨਹੀਂ ਕੀਤੀਆਂ ਜਾਂਦੀਆਂ। ਐਲਸ ਐਂਡ ਐਲਸ ਇਫ ਕੈਨ ਨਾਟ ਬੀ ਯੂਜ਼ਡ ਵਿਦਾਊਟ ਇਫ। ਐਲਸ ਇਫ ਪਾਰਟ ਕਹਿ ਲਓ ਜਾਂ ਇਕੱਲਾ ਐਲਸ ਵੀ ਇਫ ਤੋਂ ਬਿਨਾਂ ਯੂਜ਼ ਨਹੀਂ ਕੀਤਾ ਜਾਊਗਾ। ਯਾਨੀ ਕਿ ਤੁਹਾਡੀ ਸ਼ੁਰੂ ਦੇ ਵਿੱਚ ਇਫ ਲਗਾ ਕੇ ਕੰਡੀਸ਼ਨ ਆਉਣੀ ਜ਼ਰੂਰੀ ਹੈ। ਦੇਰ ਕੈਨ ਬੀ ਐਨੀ ਨੰਬਰ ਆਫ ਐਲਸ ਇਫ ਸਟੇਟਮੈਂਟ। ਤੁਹਾਡੇ ਬਹੁਤ ਸਾਰੇ ਐਲਸ ਇਫ ਪਾਰਟ ਹੋ ਸਕਦੇ ਨੇ। ਇਫ ਨਨ ਆਫ ਦਾ ਕੰਡੀਸ਼ਨ ਆਰ ਮੈਟ। ਜੇਕਰ ਤੁਹਾਡੀ ਐਲਸ ਇਫ ਕਰਕੇ ਜਾਂ ਇਫ ਕਰਕੇ ਜਿਹੜਾ ਵੀ ਪਾਰਟ ਸੀ ਉਹਨਾਂ 'ਚੋਂ ਕੋਈ ਵੀ ਕੰਡੀਸ਼ਨ ਟਰੂ ਨਹੀਂ ਹੋਈ ਅਤੇ ਤੁਸੀਂ ਐਲਸ ਪਾਰਟ ਦਿੱਤਾ ਹੋਏਗਾ ਤਾਂ ਓਬੀਅਸ ਕੌਣ ਐਗਜ਼ੀਕਿਊਟ ਹੋਊਗਾ? ਐਲਸ ਪਾਰਟ। ਜਸਟ ਲਾਈਕ ਰਿਲੇਸ਼ਨਲ ਓਪਰੇਟਰ ਵੀ ਕੈਨ ਆਲਸੋ ਯੂਜ਼ ਲੌਜੀਕਲ ਓਪਰੇਟਰ। ਤੁਸੀਂ ਐਲਸ ਇਫ ਦੇ ਵਿੱਚ ਲੌਜੀਕਲ ਓਪਰੇਟਰਸ ਨੂੰ ਵੀ ਯੂਜ਼ ਕਰ ਸਕਦੇ ਹੋ। ਸਪੋਜ਼ ਅਸੀਂ ਕੰਡੀਸ਼ਨ ਲਿਖਣਾ ਚਾਹੁੰਦੇ ਹਾਂਗੇ ਇਫ ਏ ਗ੍ਰੇਟਰ ਦੈਨ ਸੀ ਐਂਡ ਏ ਗ੍ਰੇਟਰ ਦੈਨ ਬੀ। ਜੇ ਏ ਸੀ ਤੋਂ ਵੀ ਵੱਡੀ ਹੈ ਅਤੇ ਏ ਬੀ ਤੋਂ ਵੀ ਵੱਡੀ ਹੈ ਤਾਂ ਇਹਨਾਂ ਦੇ ਸੈਂਟਰ 'ਚ ਅਸੀਂ ਪੁੱਟ ਕਰਾਂਗੇ ਐਂਡ। ਯਾਨੀ ਕਿ ਐਲਸ ਇਫ ਦੇ ਵਿੱਚ ਤੁਸੀਂ ਲੌਜੀਕਲ ਓਪਰੇਟਰਸ ਨੂੰ ਵੀ ਯੂਜ਼ ਕਰ ਸਕਦੇ ਹੋ। ਤਾਂ ਇਸਨੂੰ ਜ਼ਿਆਦਾ ਕਲੀਅਰ ਕਰਦੇ ਹਾਂ ਆਪਾਂ ਤੁਹਾਡੇ ਸਿੰਟੈਕਸ ਦੇ ਨਾਲ। ਤਾਂ ਸਿੰਟੈਕਸ ਦੇ ਵਿੱਚ ਇੱਕ ਚੀਜ਼ ਦਿਖਾਈ ਗਈ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਲਗਾਓਗੇ ਤੁਹਾਡਾ ਇਫ ਪਾਰਟ, ਉਹਦੀ ਕੰਡੀਸ਼ਨ, ਅਤੇ ਜੇਕਰ ਉਹ ਕੰਡੀਸ਼ਨ ਟਰੂ ਹੈ ਕੀ ਚੀਜ਼ ਐਗਜ਼ੀਕਿਊਟ ਹੋਵੇ ਉਹ ਸਟੇਟਮੈਂਟਸ ਲਿਖ ਦਿਓ। ਉਸ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਕੰਡੀਸ਼ਨਸ ਲਗਾਉਣਾ ਚਾਹੁੰਦੇ ਹੋ ਐਲਸ ਇਫ ਕਰਕੇ ਤੁਸੀਂ ਕੰਡੀਸ਼ਨਸ ਲਗਾ ਸਕਦੇ ਹੋ ਤਾਂ ਉਹਦਾ ਬਲੋਕ ਬਣਾ ਸਕਦੇ ਹੋ। ਲਾਸਟ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਐਲਸ ਲਗਾਉਣਾ ਨਾ ਲਗਾਉਣਾ ਜ਼ਰੂਰੀ ਨਹੀਂ ਹੈ, ਆਪਸ਼ਨਲ ਹੈ। ਤੁਸੀਂ ਨਾ ਵੀ ਲਗਾਓ ਤਾਂ ਪ੍ਰੋਗਰਾਮ ਤੁਹਾਡਾ ਸਹੀ ਹੈ, ਬਟ ਇਹਦਾ ਇੱਥੇ ਮੀਨਿੰਗ ਹੈ ਕਿ ਜੇਕਰ ਆਹ ਕੰਡੀਸ਼ਨ ਵੀ ਟਰੂ ਨਹੀਂ, ਆਹ ਵੀ ਟਰੂ ਨਹੀਂ, ਆਹ ਵੀ ਟਰੂ ਨਹੀਂ, ਤਾਂ ਓਬੀਅਸ ਕਿਹੜਾ ਪਾਰਟ ਹੋਊਗਾ? ਐਲਸ ਪਾਰਟ ਐਗਜ਼ੀਕਿਊਟ ਹੋ ਜਾਊਗਾ। ਜੇਕਰ ਤੁਸੀਂ ਕੁਛ ਇੱਦਾਂ ਦੇਣਾ ਚਾਹੁੰਦੇ ਹੋ ਕਿ ਜੇ ਇਹ ਕੁਛ ਵੀ ਟਰੂ ਨਹੀਂ ਤਾਂ ਆਹ ਵਾਲਾ ਪਾਰਟ ਹੈ, ਦੈਟ ਮੀਨਸ ਉੱਥੇ ਤੁਸੀਂ ਯੂਜ਼ ਕਰੋਗੇ ਐਲਸ। ਤਾਂ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਹਾਂ ਕਿ ਸ਼ੁਰੂ ਦੇ ਵਿੱਚ ਤੁਹਾਡਾ ਇਫ ਆਉਣੀ ਜ਼ਰੂਰੀ ਹੈ,
ਉਸ ਤੋਂ ਬਾਅਦ ਚਾਹੇ ਜਿੰਨੇ ਮਰਜ਼ੀ ਤੁਸੀਂ ਐਲਸ ਇਫ ਲਗਾ ਲਓ, ਲਾਸਟ ਤੁਹਾਡਾ ਐਲਸ ਆਉਣਾ ਨਾ ਆਉਣਾ ਆਪਸ਼ਨਲ ਹੈ, ਬਟ ਜੇਕਰ ਲਗਾ ਰਹੇ ਹੋ ਤਾਂ ਸਿਰਫ ਇੱਕ ਵਾਰ ਹੀ ਐਲਸ ਪਾਰਟ ਲਗਾਓਗੇ। ਪ੍ਰੋਗਰਾਮ ਦੀ ਹੈਲਪ ਨਾਲ ਅਸੀਂ ਕਰਦੇ ਹਾਂ ਇਸ ਐਗਜ਼ਾਮਪਲ ਨੂੰ। ਤਾਂ ਪ੍ਰੋਗਰਾਮ ਦੇ ਵਿੱਚ ਸਪੋਜ਼ ਤੁਸੀਂ ਕਰਨਾ ਚਾਹੁੰਦੇ ਹੋਗੇ ਕਿ ਜੇਕਰ ਵੈਲਿਊ 1 ਹੈ ਤਾਂ ਮੰਡੇ ਪ੍ਰਿੰਟ ਹੋ ਜੇ, 2 ਹੈ ਤਾਂ ਟਿਊਜ਼ਡੇ, 3 ਹੈ ਤਾਂ ਵੈਡਨਸਡੇ, 4 ਹੈ ਤਾਂ ਥਰਸਡੇ, 5 ਹੈ ਤਾਂ ਫਰਾਈਡੇ, ਅਦਰਵਾਈਜ਼ ਕੀ ਹੈ ਵੀਕਐਂਡ। ਅਸੀਂ ਦੱਸ ਨਹੀਂ ਰਹੇ ਕਿ 6 ਤੇ ਵੀਕਐਂਡ ਹੈ, 7 ਤੇ ਹੈ, 8 ਤੇ। ਅਸੀਂ ਕਹੇ ਜੇ ਇਹਨਾਂ 'ਚੋਂ ਕੋਈ ਵੀ ਟਰੂ ਨਹੀਂ ਤਾਂ ਕੀ ਹੈ ਵੀਕਐਂਡ ਹੈ। ਉਹਦੇ ਲਈ ਤੁਸੀਂ ਇੱਕ ਵੇਰੀਏਬਲ ਲਓ ਇੰਟ ਏ ਦੀ ਵੈਲਿਊ ਇਨਪੁਟ ਕਰਵਾਈ ਅਸੀਂ ਯੂਜ਼ਰ ਤੋਂ, ਸਕੈਨਫ ਕਰਵਾਈ, ਤੇ ਉਸ ਤੋਂ ਬਾਅਦ ਅਸੀਂ ਕੰਪੇਅਰ ਕਰਨਾ ਸ਼ੁਰੂ ਕੀਤਾ। ਅਸੀਂ ਪਹਿਲੀ ਕੰਡੀਸ਼ਨ ਦਿੱਤੀ ਇਫ ਏ ਇਕੁਅਲ ਟੂ 1, ਜੇ ਏ ਦੀ ਵੈਲਿਊ 1 ਦੇ ਬਰਾਬਰ ਹੈ। ਡਬਲ ਇਕੁਅਲ ਟੂ ਦਾ ਮਤਲਬ ਇੱਥੇ ਕਿ ਏ ਦੀ ਵੈਲਿਊ 1 ਦੇ ਬਰਾਬਰ ਹੈ, ਜੇ ਬਰਾਬਰ ਹੈ ਤਾਂ ਪ੍ਰਿੰਟ ਐਫ ਹੋ ਜੇ ਮੰਡੇ। ਫਿਰ ਅਸੀਂ ਦੂਜੀ ਕੰਡੀਸ਼ਨ ਦਿੱਤੀ ਐਲਸ ਇਫ ਜੇਕਰ ਏ ਦੀ ਵੈਲਿਊ 2 ਦੇ ਬਰਾਬਰ ਹੈ ਤਾਂ ਪ੍ਰਿੰਟ ਹੋ ਜੇ ਟਿਊਜ਼ਡੇ। ਐਲਸ ਇਫ ਏ ਦੀ ਵੈਲਿਊ 3 ਦੇ ਬਰਾਬਰ ਹੈ ਤਾਂ ਪ੍ਰਿੰਟ ਐਫ ਹੋ ਜੇ ਵੈਡਨਸਡੇ। ਐਲਸ ਇਫ ਏ ਦੀ ਵੈਲਿਊ 4 ਦੇ ਬਰਾਬਰ ਹੈ ਤਾਂ ਪ੍ਰਿੰਟ ਐਫ ਹੋ ਜੇ ਥਰਸਡੇ। ਏ ਦੀ ਵੈਲਿਊ 5 ਦੇ ਬਰਾਬਰ ਹੈ ਤਾਂ ਪ੍ਰਿੰਟ ਐਫ ਹੋ ਜੇ ਫਰਾਈਡੇ। ਕਲੀਅਰ। ਅਸੀਂ 1 2 3 4 5 ਨਾਲ ਕੰਪੇਅਰ ਕੀਤਾ, ਉਸ ਤੋਂ ਬਾਅਦ ਅਸੀਂ ਕੰਪੇਅਰ ਨਹੀਂ ਕਰ ਰਹੇ, ਅਸੀਂ ਕਿਹਾ ਨਹੀਂ ਫਿਰ ਕੀ ਪ੍ਰਿੰਟ ਹੋ ਜੇ ਵੀਕਐਂਡ ਇੰਜੋਏ, ਇਹ ਪ੍ਰਿੰਟ ਹੋ ਜੇ। ਤਾਂ ਇੱਦਾਂ ਦੇ ਕੇਸਿਸ ਦੇ ਵਿੱਚ ਤੁਸੀਂ ਯੂਜ਼ ਕਰ ਦਿਓਗੇ ਐਲਸ ਇਫ ਸਟੇਟਮੈਂਟ ਨੂੰ, ਜਿਹਦੇ ਵਿੱਚ ਪਹਿਲੀ ਕੰਡੀਸ਼ਨ ਇਫ ਨਾਲ ਆਊਗੀ, ਉਸ ਤੋਂ ਬਾਅਦ ਜਿੰਨੀਆਂ ਵੀ ਕੰਡੀਸ਼ਨਸ ਦੇਣਾ ਚਾਹੁੰਦੇ ਹੋ ਐਲਸ ਇਫ ਕਰਕੇ ਕੰਡੀਸ਼ਨਸ ਲਗਾਓਗੇ। ਲਾਸਟ 'ਤੇ ਐਲਸ ਲਗਾਉਣਾ ਨਾ ਲਗਾਉਣਾ ਜ਼ਰੂਰੀ ਨਹੀਂ ਹੈ। ਜੇਕਰ ਤਾਂ ਆਪਾਂ ਇਹੀ ਚਾਹੁੰਦੇ ਕਿ ਜੇ 1 2 3 4 5 ਜੋ ਹੈ ਤਾਂ ਪ੍ਰਿੰਟ ਹੋਵੇ, ਨਹੀਂ ਕਿ ਪ੍ਰਿੰਟ ਹੋਣਾ ਅਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਐਲਸ ਪਾਰਟ ਰਹਿਣ ਦਿਓ, ਛੱਡ ਦਿਓ। ਬਟ ਜੇ ਆਪਾਂ ਕਹਿੰਦੇ ਹਾਂ ਵੀ ਚਲੋ ਇਹਨਾਂ 'ਚੋਂ ਕੋਈ ਵੀ ਹੈ ਨਹੀਂ ਤਾਂ ਆਹ ਚੀਜ਼ ਹੋਊਗੀ, ਉਦੋਂ ਤੁਸੀਂ ਐਲਸ ਪਾਰਟ ਲਗਾ ਸਕਦੇ ਹੋ। ਨੈਕਸਟ ਕੁਛ ਹੋਰ ਐਗਜ਼ਾਮਪਲਸ ਦੇ ਨਾਲ ਟੌਪਿਕ ਕਲੀਅਰ ਕਰਦੇ ਹਾਂ। ਹੁਣ ਤੁਸੀਂ ਕੀ ਕਰ ਰਹੇ ਹੋਗੇ, ਦੋ ਨੰਬਰਸ ਲਏ ਏ ਅਤੇ ਬੀ, ਉਹਨਾਂ ਦੀ ਵੈਲਿਊ ਇਨਪੁਟ ਕਰਵਾਈ ਯੂਜ਼ਰ ਤੋਂ, ਤੇ ਅਸੀਂ ਇਹ ਚੈੱਕ ਕਰਨਾ ਚਾਹੁੰਦੇ ਹਾਂ ਕਿ ਏ ਤੇ ਬੀ ਬਰਾਬਰ ਆ, ਜਾਂ ਏ ਬੀ ਤੋਂ ਵੱਡੀ ਹੈ ਜਾਂ ਬੀ ਏ ਤੋਂ ਵੱਡੀ ਹੈ। ਤਾਂ 3 ਕੰਡੀਸ਼ਨਸ ਬਣ ਰਹੀਆਂ ਸਾਡੀਆਂ। ਤਾਂ ਉਸ ਕੇਸ ਦੇ ਵਿੱਚ ਤੁਸੀਂ ਲਿਖ ਰਹੇ ਹੋ ਇਫ ਏ ਨਾਟ ਇਕੁਅਲ ਟੂ ਬੀ, ਜੇ ਏ ਬੀ ਦੇ ਬਰਾਬਰ ਨਹੀਂ ਤਾਂ ਪ੍ਰਿੰਟ ਐਫ ਹੋ ਜੇ ਏ ਇਜ਼ ਨਾਟ ਇਕੁਅਲ ਟੂ ਬੀ। ਦੈਨ ਸੈਕਿੰਡ ਕੰਡੀਸ਼ਨ ਲਗਾਈ ਐਲਸ ਇਫ ਨਾਲ, ਜੇ ਏ ਬੀ ਤੋਂ ਵੱਡੀ ਹੈ ਤਾਂ ਪ੍ਰਿੰਟ ਐਫ ਹੋ ਜੇ ਏ ਇਜ਼ ਗ੍ਰੇਟਰ ਦੈਨ ਬੀ। ਫਿਰ ਤੀਸਰੀ ਕੰਡੀਸ਼ਨ ਲਗਾਈ ਐਲਸ ਇਫ ਤੋਂ ਬਾਅਦ ਇਫ ਬੀ ਗ੍ਰੇਟਰ ਦੈਨ ਏ ਤਾਂ ਪ੍ਰਿੰਟ ਐਫ ਹੋ ਜੇ ਬੀ ਇਜ਼ ਗ੍ਰੇਟਰ। ਐਲਸ ਅਸੀਂ ਕਿਹਾ ਜੇ ਏ ਵੀ ਟਰੂ ਨਹੀਂ, ਏ ਵੀ ਟਰੂ ਨਹੀਂ, ਏ ਵੀ ਟਰੂ ਨਹੀਂ, ਏ ਤੇ ਬੀ ਅਸੀਂ ਕਿਹਾ ਇਕੁਅਲ ਨਹੀਂ ਹੈਗਾ, ਇਹ ਵੀ ਗਲਤ ਹੈ। ਏ ਬੀ ਤੋਂ ਵੱਡੀ ਹੈ, ਇਹ ਵੀ ਨਹੀਂ ਹੈਗਾ, ਬੀ ਏ ਤੋਂ ਵੱਡੀ ਹੈ, ਇਹ ਵੀ ਨਹੀਂ, ਤਾਂ ਓਬਵੀਅਸ ਕੀ ਹੈ ਏ ਤੇ ਬੀ ਆਪਸ ਦੇ ਵਿੱਚ ਇਕੁਅਲ ਹੈ। ਇੱਦਾਂ ਕਰਕੇ ਜਿਹੜੇ ਤੁਸੀਂ ਇਹ ਕਿ ਐਲਸ ਇਫ ਨੂੰ ਯੂਜ਼ ਕਰ ਸਕਦੇ ਹੋ। ਨੈਕਸਟ ਅਸੀਂ ਐਗਜ਼ਾਮਪਲ ਦੇ ਵਿੱਚ ਸਪੋਜ਼ ਕਰੋ ਗ੍ਰੇਡ ਪ੍ਰਿੰਟ ਕਰਵਾ ਰਹੇ ਹਾਂ ਕਿ ਜੇਕਰ ਸਟੂਡੈਂਟ ਦੇ ਨੰਬਰ ਜਿਹੜੇ ਨੇ ਉਹ 90% ਆ ਜਾਂ ਅਬਵ 90% ਹੈਗੇ ਤਾਂ ਗ੍ਰੇਡ ਪ੍ਰਿੰਟ ਹੋ ਜੇ ਏ। 80 ਤੋਂ ਜ਼ਿਆਦਾ ਹੈ ਜਾਂ 80 ਦੇ ਬਰਾਬਰ ਹੈ ਤਾਂ ਪ੍ਰਿੰਟ ਹੋ ਜੇ ਬੀ। ਇੱਦਾਂ ਸੀ। ਤਾਂ ਉਸ ਕੇਸ ਦੇ ਵਿੱਚ ਤੁਸੀਂ ਇੱਕ ਵੇਰੀਏਬਲ ਲਿਆ ਇੰਟ PER, ਉਸ ਦੀ ਵੈਲਿਊ ਸਕੈਨ ਕਰਵਾਈ ਅਤੇ ਲਿਖ ਰਹੇ ਹੋ ਇਫ PER ਗ੍ਰੇਟਰ ਦੈਨ 90, ਗ੍ਰੇਟਰ ਦੈਨ ਇਕੁਅਲ ਟੂ ਦਾ ਇੱਥੇ ਮੀਨਿੰਗ ਹੈ ਕਿ ਜਾਂ ਤਾਂ ਪਰਸੈਂਟੇਜ ਦੀ ਵੈਲਿਊ 90 ਤੋਂ ਵੱਧ ਹੋਵੇ, ਜਾਂ ਤਾਂ ਤੁਹਾਡੀ ਪਰਸੈਂਟੇਜ ਦੀ ਵੈਲਿਊ ਗ੍ਰੇਟਰ ਹੋਵੇ 90 ਤੋਂ, ਜਾਂ ਬਰਾਬਰ ਹੋਵੇ। ਦੋਨੋਂ ਕੇਸ ਦੇ ਵਿੱਚ ਕਿਹੜਾ ਗ੍ਰੇਡ ਆਊਗਾ ਬੱਚੇ ਦਾ? ਏ। ਤਾਂ ਅਸੀਂ ਕੰਡੀਸ਼ਨ ਦਿੱਤੀ ਇਫ ਪਰਸੈਂਟੇਜ ਗ੍ਰੇਟਰ ਦੈਨ ਇਕੁਅਲ ਟੂ 90 ਤਾਂ ਪ੍ਰਿੰਟ ਐਫ ਹੋ ਜੇ ਗ੍ਰੇਡ ਏ। ਐਲਸ ਇਫ ਪਰਸੈਂਟੇਜ ਗ੍ਰੇਟਰ ਦੈਨ ਇਕੁਅਲ ਟੂ 80 ਤਾਂ ਪ੍ਰਿੰਟ ਐਫ ਹੋ ਜੇ ਗ੍ਰੇਡ ਬੀ। ਐਲਸ ਇਫ ਪਰਸੈਂਟੇਜ ਗ੍ਰੇਟਰ ਦੈਨ ਇਕੁਅਲ ਟੂ 70 ਤਾਂ ਪ੍ਰਿੰਟ ਹੋ ਜੇ ਗ੍ਰੇਡ ਸੀ। ਐਲਸ ਗ੍ਰੇਡ ਡੀ, ਯਾਨੀ ਕਿ ਬੱਚੇ ਦੇ ਜੇ ਨੰਬਰ 90 ਤੋਂ ਵੱਧ ਆ ਤਾਂ ਏ ਗ੍ਰੇਡ, 80 ਤੋਂ ਵੱਧ ਬਰਾਬਰ ਆ ਤਾਂ ਬੀ ਗ੍ਰੇਡ, 70 ਤੋਂ ਵੱਧ ਬਰਾਬਰ ਆ ਤਾਂ ਸੀ ਗ੍ਰੇਡ। ਨਹੀਂ ਫਿਰ ਉਹਦਾ ਕਿਹੜਾ ਗ੍ਰੇਡ ਹੈ? ਨਹੀਂ, ਅਸੀਂ ਚੈੱਕ ਨਹੀਂ ਕਰ ਰਹੇ, ਸਿੰਪਲ ਕਹਤਾ ਐਲਸ ਕਿਹੜਾ ਗ੍ਰੇਡ ਹੈ? ਡੀ। ਇਸ ਤਰ੍ਹਾਂ ਨਾਲ ਯੂਜ਼ ਕੀਤੇ ਜਾਂਦੇ ਤੁਹਾਡੀ ਐਲਸ ਇਫ ਸਟੇਟਮੈਂਟ ਨੂੰ। ਜਿੱਥੇ ਤੁਸੀਂ ਮਲਟੀਪਲ ਕੰਡੀਸ਼ਨਸ ਦੇਣਾ ਚਾਹੁੰਦੇ ਹੋ ਉੱਥੇ ਯੂਜ਼ ਕਰੋ ਐਲਸ ਇਫ ਨੂੰ, ਅਤੇ ਇਸ ਨੂੰ ਯੂਜ਼ ਕਰਨਾ ਬਹੁਤ ਹੀ ਸਿੰਪਲ ਹੈ। ਥੈਂਕ ਯੂ।